ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀਆਂ ਉਦਾਸੀਆਂ ਦੇ ਦੌਰਾਨ ਭਾਈ ਮਰਦਾਨਾ ਤੇ ਭਾਈ ਬਾਲਾ ਜੀ ਦੇ ਨਾਲ ਇੱਕ ਵਾਰੀ ਵਰਖ ਖੰਡ ਵਿੱਚ ਚਲੇ ਗਏ। ਜਦ ਉੱਥੇ ਦੇ ਰਾਜੇ ਨੂੰ ਪਤਾ ਲੱਗਾ ਤਾਂ ਉਹ ਆਪ ਜੀ ਦੇ ਦਰਸ਼ਨ ਕਰਨ ਆਇਆ। ਉਸਨੇ ਆਪ ਜੀ ਦੇ ਚਰਨਾਂ ਤੇ ਸਿਰ ਰੱਖ ਕੇ ਮੱਥਾ ਟੇਕਿਆ ਅਤੇ ਅਧੀਨ ਹੋ ਕੇ ਬੈਠ ਗਿਆ। ਗੁਰੂ ਜੀ ਨੇ ਉਸ ਦੀ ਸ਼ਰਧਾ ਤੇ ਪ੍ਰੇਮ ਵੇਖ ਕੇ ਆਖਿਆ, ਰਾਜਨ, ਜਿਸ ਪਦਾਰਥ ਦੀ ਤੈਨੂੰ ਲੋੜ ਹੋਵੇ ਉਹ ਮੰਗ ਲਵੋ। ਇਹ ਬਚਨ ਸੁਣ ਕੇ ਰਾਜੇ ਨੇ ਬੇਨਤੀ ਕੀਤੀ, ਮਹਾਰਾਜ, ਮੇਰੇ ਘਰ ਸੰਤਾਨ ਨਹੀਂ ਹੈ। ਮੈਂ ਬੜੇ ਉਪਾਏ ਕੀਤੇ ਹਨ ਪਰ ਕੋਈ ਸਫਲਤਾ ਨਹੀਂ ਹੋਈ। ਆਪ ਕਿਰਪਾ ਕਰਕੇ ਮੇਰੇ ਘਰ ਸੰਤਾਨ ਬਖਸ਼ੋ ਤਾਂ ਤੁਹਾਡਾ ਉਪਦੇਸ਼ ਲੈ ਕੇ ਮੈਂ ਸਿੱਖੀ ਧਾਰਨ ਕਰ ਲਵਾਂਗਾ। ਰਾਜੇ ਦੀ ਇਹ ਬੇਨਤੀ ਸੁਣ ਕੇ ਗੁਰੂ ਜੀ ਨੇ ਉਸ ਨੂੰ ਲੌਂਗ ਦਿੱਤੇ ਅਤੇ ਇੱਕ ਇਲਾਇਚੀ ਦੇ ਕੇ ਆਖਿਆ ਕਿ ਇਹ ਆਪਣੀ ਰਾਣੀ ਨੂੰ ਖਵਾ ਦਿਓ, ਤੁਹਾਡੇ ਘਰ ਸੰਤਾਨ ਹੋ ਜਾਵੇਗੀ। ਤੂੰ ਸਤਨਾਮ ਦਾ ਸਿਮਰਨ ਤੇ ਸਤ ਸੰਗਤ ਕਰਿਆ ਕਰ। ਕੁਝ ਦਿਨ ਇੱਥੇ ਡੇਰਾ ਕਰਕੇ ਗੁਰੂ ਜੀ ਕੁਰਖੰਡ ਆ ਗਏ। ਇਸ ਖੰਡ ਦੇ ਲੋਕਾਂ ਦਾ ਇਹ ਵਿਹਾਰ ਸੀ ਕਿ ਜਦ ਕਿਸੇ ਦੇ ਘਰ ਪੁੱਤਰ ਜਨਮੇ ਤਾਂ ਸਾਰੇ ਰੋਣ ਪਿੱਟਣ ਲੱਗ ਪੈਂਦੇ ਸਨ ਅਤੇ ਜਦ ਕਿਸੇ ਦਾ ਕੋਈ ਮਰ ਜਾਵੇ ਤਾਂ ਹੱਸਦੇ ਤੇ ਖੁਸ਼ੀਆਂ ਮਨਾਉਂਦੇ ਸਨ। ਮਰਦਾਨੇ ਨੇ ਪੁੱਛਿਆ, ਮਹਾਰਾਜ, ਇਹ ਉਲਟਾ ਕੰਮ ਕਿਉਂ ਕਰਦੇ ਹਨ? ਗੁਰੂ ਜੀ ਨੇ ਕਿਹਾ, ਇਹ ਬਹੁਤ ਅਗਿਆਨੀ ਹਨ। ਜਦ ਵਾਹਿਗੁਰੂ ਜਗਤ ਵਿੱਚ ਭੇਜਦਾ ਹੈ ਤਾਂ ਇਹ ਰੋਂਦੇ ਤੇ ਦੁੱਖ ਪਾਉਂਦੇ ਹਨ ਅਤੇ ਜਦ ਹੁਕਮ ਕਰਕੇ ਸੱਦ ਲੈਂਦਾ ਹੈ ਤਾਂ ਇਹ ਇਕੱਠੇ ਹੋ ਕੇ ਖੁਸ਼ ਹੁੰਦੇ ਹਨ। ਪਰੰਤੂ ਜੋ ਗਿਆਨਵਾਨ ਹਨ ਉਹ ਭਾਣਾ ਮੰਨ ਕੇ ਸਦਾ ਹੀ ਖੁਸ਼ ਰਹਿੰਦੇ ਹਨ। ਗੁਰੂ ਜੀ ਇਸ ਤਰ੍ਹਾਂ ਦੇ ਬਚਨ ਮਰਦਾਨੇ ਨਾਲ ਕਰ ਰਹੇ ਸਨ ਕਿ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਆਪ ਜੀ ਦੇ ਪਾਸ ਆ ਗਏ। ਉਹਨਾਂ ਨੂੰ ਮਰਦਾਨੇ ਨੇ ਪੁੱਛਿਆ, ਤੁਸੀਂ ਇਹ ਉਲਟੀ ਰੀਤੀ ਕਿਉਂ ਕਰਦੇ ਹੋ? ਜਦ ਜੀਵ ਜੰਮਦਾ ਹੈ ਤਾਂ ਰੋਂਦੇ ਹੋ ਤੇ ਜਦ ਮਰ ਜਾਂਦਾ ਹੈ ਤਾਂ ਖੁਸ਼ ਹੁੰਦੇ ਹੋ। ਉਹਨਾਂ ਵਿੱਚੋਂ ਸਿਆਣਿਆਂ ਨੇ ਕਿਹਾ ਕਿ ਜੇ ਜੀਵ ਜਦੋਂ ਜੰਮਦਾ ਹੈ ਤਾਂ ਪਰਮੇਸ਼ਰ ਤੋਂ ਵਿਛੜ ਕੇ ਆਉਂਦਾ ਹੈ, ਸੰਸਾਰ ਵਿੱਚ ਦੁੱਖ ਪਾਉਂਦਾ ਹੈ ਅਤੇ ਜਦ ਮਰ ਜਾਂਦਾ ਹੈ ਤਾਂ ਉਸ ਨੂੰ ਮਿਲ ਕੇ ਸੁੱਖ ਪ੍ਰਾਪਤ ਕਰ ਲੈਂਦਾ ਹੈ। ਇਸ ਕਰਕੇ ਅਸੀਂ ਵਿਛੜਨ ਵੇਲੇ ਰੋਂਦੇ ਤੇ ਮਿਲਣ ਵੇਲੇ ਹੱਸਦੇ ਹਾਂ। ਉਹਨਾਂ ਲੋਕਾਂ ਦੀ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ, ਪਰਮੇਸ਼ਰ ਨੂੰ ਮਿਲਣ ਦਾ ਉਪਾਅ ਕੇਵਲ ਭਗਤੀ ਭਾਵ, ਸਤ ਸੰਗਤ ਅਤੇ ਨਾਮ ਸਿਮਰਨ ਹੈ। ਸਤ ਸੰਗਤ ਵਿੱਚ ਮਨ ਦੀਆਂ ਵਾਸ਼ਨਾ ਨੂੰ ਰੋਕ ਕੇ ਨਾਮ ਸਿਮਰਨ ਦਾ ਅਭਿਆਸ ਕਰਨਾ ਚਾਹੀਦਾ ਹੈ। ਇਸ ਨਾਲ ਹਿਰਦੇ ਵਿੱਚੋਂ ਦਵੈਤ ਭਾਵ ਦਾ ਨਾਸ਼ ਹੋ ਜਾਂਦਾ ਹੈ ਤਾਂ ਇਹ ਜੀਵ ਉਸ ਪਰਮੇਸ਼ਰ ਦਾ ਰੂਪ ਹੀ ਹੋ ਜਾਂਦਾ ਹੈ। ਜਦ ਤੱਕ ਜੀਵ ਨੂੰ ਇਹ ਗਿਆਨ ਨਾ ਹੋਵੇ ਤਦ ਤੱਕ ਇਹ ਪਰਮੇਸ਼ਰ ਨਾਲੋਂ ਵਿਛੜਿਆ ਹੀ ਰਹਿੰਦਾ ਹੈ। ਜੀਵ ਵਾਸ਼ਨਾ ਦੇ ਅਧੀਨ ਹੋ ਕੇ ਮੁੜ-ਮੁੜ ਜਨਮ ਧਾਰਦਾ ਹੈ। ਆਪਣੀ ਵਾਸ਼ਨਾ ਨੂੰ ਮਾਰਨਾ ਚਾਹੀਦਾ ਹੈ। ਗੁਰੂ ਜੀ ਦੇ ਬਚਨ ਸੁਣ ਕੇ ਸਭ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਹੇ ਮੁਕਤੀ ਦਾਤਾ, ਸਾਡੀ ਵੀ ਗਤੀ ਕਰੋ। ਗੁਰੂ ਜੀ ਨੇ ਕਿਹਾ, ਸਤਨਾਮ ਵਿੱਚ ਮਨ ਨੂੰ ਜੋੜੋ, ਕਰਤਾਰ ਦਾ ਭਾਣਾ ਮਿੱਠਾ ਕਰਕੇ ਮੰਨਣਾ ਕਰੋ। ਮਰਨਾ ਜੰਮਣਾ ਇੱਕ ਬਰਾਬਰ ਜਾਣੋ ਤੇ ਖੁਸ਼ੀ ਗਮੀ ਸਮੇਂ ਨੂੰ ਅਡੋਲ ਰੱਖੋ, ਤਦ ਨਿਰਸੰਸ਼ੇ ਹੀ ਤੁਹਾਨੂੰ ਮੁਕਤੀ ਪ੍ਰਾਪਤ ਹੋਵੇਗੀ। ਇਹ ਉਪਦੇਸ਼ ਸੁਣ ਕੇ ਸਾਰੇ ਲੋਕ ਗੁਰੂ ਜੀ ਦੇ ਸਿੱਖ ਬਣ ਗਏ ਸਨ। ਸਤ ਸੰਗਤ ਅਤੇ ਹਰੀ ਕੀਰਤਨ ਕਰਨ ਲੱਗ ਪਏ, ਸ਼ਰਧਾ ਨਾਲ ਸਿਮਰਨ ਵਿੱਚ ਪ੍ਰਵਿਰਤ ਹੋ ਗਏ। ਗੁਰੂ ਜੀ ਇੱਥੋਂ ਕੁਝ ਦਿਨ ਉਪਰੰਤ ਚੱਲ ਕੇ ਕੇਤਮਾਲ ਖੰਡ ਵਿੱਚ ਆ ਗਏ। ਇਸ ਖੰਡ ਦੇ ਲੋਕ ਚੰਡੀ ਦੇਵੀ ਦੇ ਉਪਾਸਕ ਸਨ। ਉੱਥੇ ਕਾਲਕਾ ਦੇ ਮੰਦਿਰ ਤੇ ਉਸ ਦਿਨ ਮੇਲਾ ਸੀ। ਗੁਰੂ ਜੀ ਰਾਸਤੇ ਵਿੱਚ ਬੈਠ ਗਏ। ਉੱਥੋਂ ਮਨੁੱਖਾਂ ਦੀ ਬਹੁਤ ਆਵਾਜਾਈ ਹੋ ਰਹੀ ਸੀ। ਉਹ ਦੇਵੀ ਦੇ ਭੇਟਾ ਕਰਨ ਵਾਸਤੇ ਪਸ਼ੂ ਲੈ ਕੇ ਜਾਂਦੇ ਸਨ। ਉੱਥੇ ਦਾ ਰਾਜਾ ਜਦ ਆਪਣੇ ਸਾਥੀਆਂ ਨਾਲ ਲੰਘਿਆ ਤਾਂ ਉਸਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵੇਖ ਕੇ ਆਖਿਆ, ਇਹ ਪਰਦੇਸੀ ਜਾਪਦੇ ਹਨ, ਇਹਨਾਂ ਵਿੱਚੋਂ ਇੱਕ ਫੜ ਕੇ ਦੇਵੀ ਦੀ ਭੇਟਾ ਚੜਾਈਏ। ਇਸ ਤਰ੍ਹਾਂ ਰਾਜੇ ਦੇ ਆਦਮੀ ਭਾਈ ਬਾਲੇ ਨੂੰ ਫੜ ਕੇ ਲੈ ਤੁਰੇ। ਭਾਈ ਬਾਲੇ ਪਿੱਛੇ ਢੋਲ ਵੱਜਦੇ ਤੇ ਨਾਚ ਕਰਦੇ ਲੋਕ ਖੁਸ਼ੀਆਂ ਮਨਾਉਂਦੇ ਤੁਰ ਪਏ। ਲੋਕ ਕਹਿੰਦੇ ਕਿ ਇਹ ਭੇਟ ਚੰਗੀ ਲੱਭ ਪਈ ਹੈ, ਹੁਣ ਦੇਵੀ ਬਹੁਤ ਪ੍ਰਸੰਨ ਹੋ ਕੇ ਸਾਨੂੰ ਚੰਗਾ ਵਰ ਦੇਵੇਗੀ। ਗੁਰੂ ਜੀ ਤੇ ਮਰਦਾਨਾ ਵੀ ਭਾਈ ਬਾਲੇ ਪਿੱਛੇ ਚੰਡਕਾ ਮੰਦਿਰ ਤੇ ਆ ਗਏ ਤੇ ਚੁੱਪ ਕਰਕੇ ਤਮਾਸ਼ਾ ਵੇਖਦੇ ਰਹੇ। ਜਦ ਰਾਜੇ ਨੇ ਕਿਹਾ, ਇਸ ਮਨੁੱਖ ਨੂੰ ਭੇਟਾ ਕਰਕੇ ਦੇਵੀ ਦੀ ਪ੍ਰਸੰਨਤਾ ਲਵੋ, ਤਾਂ ਇੱਕ ਮਨੁੱਖ ਤਲਵਾਰ ਖਿੱਚ ਕੇ ਭਾਈ ਬਾਲੇ ਦਾ ਸਿਰ ਕੱਟਣ ਲੱਗਾ। ਉਸ ਸਮੇਂ ਕ੍ਰੋਧ ਨਾਲ ਕਾਲਕਾ ਨੇ ਕੜਕ ਕੇ ਉਸ ਆਦਮੀ ਪਾਸੋਂ ਕਿਰਪਾਨ ਖੋਹ ਕੇ ਰਾਜੇ ਦਾ ਸਿਰ ਵੱਢ ਦਿੱਤਾ। ਇਹ ਕੌਤਕ ਵੇਖ ਕੇ ਲੋਕ ਡਰਦੇ ਮਾਰੇ ਭੱਜ ਗਏ। ਉੱਥੇ ਕੋਈ ਨਾ ਰਿਹਾ। ਤਦ ਗੁਰੂ ਜੀ ਨੇ ਚੰਡੀ ਨੂੰ ਆਖਿਆ, ਹੇ ਚੰਡਕਾ, ਰਾਜਾ ਤਾਂ ਤੇਰਾ ਉਪਾਸਕ ਸੀ, ਤੂੰ ਬਾਲੇ ਨੂੰ ਬਚਾ ਕੇ ਰਾਜੇ ਆਪਣੇ ਸੇਵਕ ਨੂੰ ਕਿਉਂ ਮਾਰ ਦਿੱਤਾ ਹੈ? ਰਾਜੇ ਨੇ ਤੈਨੂੰ ਪ੍ਰਸੰਨ ਕਰਨ ਵਾਲੀ ਗੱਲ ਕੀਤੀ ਸੀ, ਪਰ ਤੂੰ ਕਿਉਂ ਉਲਟਾ ਕੰਮ ਕੀਤਾ? ਚੰਡੀ ਬੋਲੀ, ਸ਼੍ਰੀ ਨਾਨਕ ਜੀ ਸੁਣੋ, ਜੋ ਪਰਮੇਸ਼ਰ ਦੇ ਪਿਆਰੇ ਨਾਮ ਸਿਮਰਨ ਵਾਲੇ ਹਨ, ਮੈਂ ਉਹਨਾਂ ਦੀ ਹਰ ਸਮੇਂ ਰੱਖਿਆ ਕਰਦੀ ਹਾਂ। ਮੈਂ ਉਹਨਾਂ ਦੇ ਦੋਖੀਆਂ ਨੂੰ ਮਾਰਦੀ ਹਾਂ, ਉਹ ਮੇਰਾ ਨਿਯਮ ਹੈ।
ਇਹ ਆਖ ਕੇ ਦੇਵੀ ਅਲੋਪ ਹੋ ਗਈ। ਸ਼ਹਿਰ ਵਿੱਚ ਹਾਹਾਕਾਰ ਮਚ ਗਈ। ਸਿਆਣੇ ਲੋਕ ਇਹ ਵਿਚਾਰ ਕੇ ਕਿ ਜਿਸ ਮਨੁੱਖ ਨੂੰ ਰਾਜਾ ਫੜ ਕੇ ਦੇਵੀ ਭੇਟ ਕਰਨ ਲੱਗਾ ਸੀ ਉਹ ਕੋਈ ਕਲਾਵਾਨ ਜਾਪਦਾ ਹੈ, ਇਸ ਕਰਕੇ ਉਹਨਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ। ਤਦ ਸਾਰੇ ਰਾਜੇ ਦੇ ਪੁੱਤਰ ਨੂੰ ਨਾਲ ਲੈ ਕੇ ਗੁਰੂ ਜੀ ਪਾਸ ਆਣ ਕੇ ਸਭ ਨੇ ਨਮਸਕਾਰ ਕੀਤੀ। ਰਾਜੇ ਦੇ ਪੁੱਤਰ ਨੇ ਹੱਥ ਜੋੜ ਕੇ ਆਖਿਆ, ਮਹਾਰਾਜ ਸਾਡੀ ਭੁੱਲ ਬਖਸ਼ ਦਿਓ, ਅਸੀਂ ਤੁਹਾਡਾ ਭੇਦ ਨਹੀਂ ਜਾਣਿਆ, ਸਾਨੂੰ ਆਪਣਾ ਸਿੱਖ ਕਰਕੇ ਅਪਿਧਾਨ ਬਖਸ਼ੋ। ਗੁਰੂ ਜੀ ਨੇ ਪ੍ਰਸੰਨ ਹੋ ਕੇ ਕਿਹਾ, ਸਤਨਾਮ ਜਪੋ ਅਤੇ ਸੰਤਾਂ ਦੀ ਸੇਵਾ ਸ਼ਰਧਾ ਨਾਲ ਕਰਿਆ ਕਰੋ, ਮਨ ਨੀਵਾਂ ਰੱਖੋ, ਇਸ਼ਨਾਨ ਤੇ ਦਾਨ ਕਰਿਆ ਕਰੋ। ਉਪਰੰਤ ਗੁਰੂ ਜੀ ਨੇ ਰਾਜੇ ਦੇ ਪੁੱਤਰ ਨੂੰ ਰਾਜ ਗੱਦੀ ਪਰ ਬਿਠਾ ਕੇ ਉਸ ਦਾ ਨਾਮ ਧਰਮ ਜਸ ਰੱਖਿਆ ਤੇ ਧਰਮਸ਼ਾਲਾ ਬਣਵਾ ਕੇ ਸਤ ਸੰਗਤ ਦੀ ਰੀਤ ਸਥਾਪਨ ਕੀਤੀ। ਇੱਥੋਂ ਚੱਲ ਕੇ ਗੁਰੂ ਜੀ ਰਮਕ ਖੰਡ ਵਿੱਚ ਆਣ ਕੇ ਇੱਕ ਨਗਰ ਦੇ ਬਾਹਰ ਬੈਠ ਗਏ। ਕੁਝ ਮਨੁੱਖਾਂ ਨੇ ਆਣ ਕੇ ਆਪ ਜੀ ਨੂੰ ਮੱਥਾ ਟੇਕਿਆ। ਗੁਰੂ ਜੀ ਨੇ ਉਹਨਾਂ ਨੂੰ ਰਾਤ ਦਿਨ ਸਤਨਾਮ ਦਾ ਸਿਮਰਨ ਕਰਨਾ ਅਤੇ ਸੰਤਾਂ ਦੀ ਸੇਵਾ ਕਰਨ ਦਾ ਉਪਦੇਸ਼ ਦਿੱਤਾ ਅਤੇ ਆਖਿਆ ਕਿ ਸਦਾ ਸ਼ੇਰ ਦ੍ਰਿਸ਼ਟੀ ਰੱਖਣੀ, ਕੁੱਤੇ ਵਾਲੀ ਦ੍ਰਿਸ਼ਟੀ ਨਾ ਰੱਖਣੀ। ਇਹ ਸੁਣ ਕੇ ਉਹਨਾਂ ਨੇ ਕਿਹਾ, ਮਹਾਰਾਜ ਸਾਨੂੰ ਤੁਹਾਡੀ ਗੱਲ ਦੀ ਸਮਝ ਨਹੀਂ ਆਈ, ਚੰਗੀ ਤਰ੍ਹਾਂ ਸਮਝਾਓ। ਤਦ ਗੁਰੂ ਜੀ ਨੇ ਕਿਹਾ ਕਿ ਕੁੱਤੇ ਵਾਲੀ ਦ੍ਰਿਸ਼ਟੀ ਵਿੱਚ ਮਨੁੱਖ ਸਮਝਦਾ ਹੈ ਕਿ ਮੈਨੂੰ ਕੋਈ ਦੁੱਖ ਸੁੱਖ ਆਦਮੀ ਦਿੰਦਾ ਹੈ, ਇਹ ਨਹੀਂ ਸਮਝਦਾ ਕਿ ਦੁੱਖ ਸੁੱਖ ਦੇਣ ਵਾਲਾ ਈਸ਼ਵਰ ਹੈ। ਜਿਵੇਂ ਕੁੱਤੇ ਨੂੰ ਜੇਕਰ ਕੋਈ ਸੋਟਾ ਮਾਰੇ ਤਾਂ ਉਹ ਸੋਟੇ ਨੂੰ ਕੱਟਦਾ ਹੈ ਕਿ ਇਹੀ ਮੈਨੂੰ ਮਾਰਨ ਵਾਲਾ ਹੈ, ਪਰ ਸੋਟਾ ਮਾਰਨ ਵਾਲੇ ਨੂੰ ਕੁੱਤਾ ਕੁਝ ਨਹੀਂ ਕਹਿੰਦਾ। ਸ਼ੇਰ ਦ੍ਰਿਸ਼ਟੀ ਇਹ ਹੈ ਕਿ ਜੋ ਦੁੱਖ ਸੁੱਖ ਹੋਵੇ ਉਸ ਨੂੰ ਪਰਮੇਸ਼ਰ ਵੱਲੋਂ ਸਮਝ ਕੇ ਕਿਸੇ ਪੁਰਸ਼ ਨਾਲ ਰੋਸ ਨਾ ਕਰਨਾ, ਕਿਉਂਕਿ ਸ਼ੇਰ ਨੂੰ ਜੇ ਕੋਈ ਸ਼ਸਤਰ ਮਾਰੇ ਤਾਂ ਉਹ ਸ਼ਸਤਰ ਮਾਰਨ ਵਾਲੇ ਉੱਤੇ ਹੱਲਾ ਕਰਦਾ ਹੈ, ਸ਼ਸਤਰ ਨੂੰ ਕੁਝ ਨਹੀਂ ਕਹਿੰਦਾ। ਸੋ ਸੁੱਖ ਦੁੱਖ ਦੇਣ ਵਾਲਾ ਕਰਤਾਰ ਹੈ। ਹੋਰ ਕਿਸੇ ਤੇ ਰੋਸ ਨਾ ਕਰੋ, ਮਨ ਨੂੰ ਵਾਸ਼ਨਾ ਤੋਂ ਰੋਕ ਕੇ ਸਤਨਾਮ ਦਾ ਸਿਮਰਨ ਕਰਿਆ ਕਰੋ, ਤੁਹਾਡਾ ਨਿਸਤਾਰਾ ਹੋ ਜਾਵੇਗਾ। ਕੁਝ ਦਿਨ ਉਪਦੇਸ਼ ਦੁਆਰਾ ਉਹਨਾਂ ਨੂੰ ਨਿਹਾਲ ਕਰਕੇ ਗੁਰੂ ਜੀ ਭੱਦਰਖੰਡ ਵਿੱਚ ਪਹੁੰਚ ਗਏ। ਉੱਥੇ ਦੇ ਰਾਜੇ ਨੂੰ ਜਦ ਪਤਾ ਲੱਗਾ ਕਿ ਉਸ ਦੇ ਨਗਰ ਵਿੱਚ ਸੰਤ ਆਏ ਹਨ ਤਾਂ ਉਸਨੇ ਆਣ ਕੇ ਮੱਥਾ ਟੇਕਿਆ ਤੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮਹਾਰਾਜ ਇਹ ਜੋ 4 ਆਸ਼ਰਮ ਸ਼ਾਸਤਰਾਂ ਵਿੱਚ ਲਿਖੇ ਹੋਏ ਹਨ ਇਹਨਾਂ ਵਿੱਚੋਂ ਕਿਹੜਾ ਚੰਗਾ ਹੈ। ਗੁਰੂ ਜੀ ਨੇ ਕਿਹਾ, ਗ੍ਰਸਥ ਆਸ਼ਰਮ ਸਭ ਤੋਂ ਚੰਗਾ ਹੈ, ਹੋਰ ਸਾਰੇ ਆਸ਼ਰਮ ਇਸ ਵਿੱਚੋਂ ਹੀ ਨਿਕਲਦੇ ਹਨ। ਇਹ ਸਭ ਦੀ ਪਾਲਣਾ ਕਰਦਾ ਹੈ, ਇਹ ਸਭ ਦਾ ਮੂਲ ਹੈ। ਤੇ ਹੋਰ ਬ੍ਰਹਮਚਰਜ, ਬਾਨਪ੍ਰਸਥ ਤੇ ਸੰਨਿਆਸ ਆਸ਼ਰਮ ਇਸ ਦੀਆਂ ਸ਼ਾਖਾ ਹਨ। ਗ੍ਰਸਥੀ ਨੂੰ ਚਾਹੀਦਾ ਹੈ ਕਿ ਵੰਡ ਕੇ ਖਾਏ, ਦਾਨ ਕਰੇ, ਕਿਸੇ ਵੀ ਅਗਿਆਤ ਨੂੰ ਘਰੋਂ ਖਾਲੀ ਨਾ ਜਾਣ ਦੇਵੇ। ਜਿਸ ਤਰ੍ਹਾਂ ਖੂਹ ਦਾ ਜਲ ਜੇ ਨਿਕਲਦਾ ਨਾ ਰਹੇ ਤਾਂ ਗੰਦਾ ਹੋ ਜਾਂਦਾ ਹੈ, ਜੇ ਨਿਕਲਦਾ ਰਹੇ ਤਾਂ ਸਾਫ਼ ਤੇ ਮਿੱਠਾ ਰਹਿੰਦਾ ਹੈ। ਇਸ ਤਰ੍ਹਾਂ ਗ੍ਰਹਿਸਥ ਵਿੱਚ ਜੋ ਨਾਮ ਜਪਦੇ ਹਨ, ਕਿਰਤ ਕਰਕੇ ਖਾਂਦੇ ਹਨ, ਉਹ ਧੰਨਤਾ ਯੋਗ ਹਨ। ਗੁਰੂ ਜੀ ਦੇ ਬਚਨ ਸੁਣ ਕੇ ਰਾਜੇ ਨੇ ਗੁਰਸਿੱਖੀ ਧਾਰਨ ਕਰਕੇ ਸਤਨਾਮ ਦਾ ਸਿਮਰਨ ਤੇ ਭਗਤੀ ਦੀ ਰੀਤ ਚਲਾਈ। ਗੁਰੂ ਜੀ ਨੇ ਮਰਦਾਨੇ ਨੂੰ ਕਿਹਾ, 8 ਖੰਡ ਤੈਨੂੰ ਵਿਖਾ ਦਿੱਤੇ ਹਨ, ਹੁਣ 9ਵਾਂ ਖੰਡ ਵੀ ਤੈਨੂੰ ਵਿਖਾਉਂਦੇ ਹਾਂ, ਜਿੱਥੇ ਤੇਰਾ ਘਰ ਹੈ। ਮਰਦਾਨੇ ਨੇ ਕਿਹਾ, ਚਲੋ ਮਹਾਰਾਜ ਜੀ, ਛੇਤੀ ਚਲੋ, ਉਹ ਵੀ ਵੇਖੀਏ। ਇਤਨੇ ਨੂੰ ਗੁਰੂ ਜੀ ਜੰਮੂ ਸ਼ਹਿਰ ਆ ਗਏ ਅਤੇ ਇੱਕ ਸੁੰਦਰ ਸਥਾਨ ਵੇਖ ਕੇ ਬੈਠ ਗਏ। ਗੁਰੂ ਜੀ ਨੇ ਭਾਈ ਬਾਲੇ ਨੂੰ ਕਿਹਾ, ਭਾਈ ਬਾਲਾ, ਜਾਮਾਵੰਤ ਜੋ ਇੱਕ ਬੜਾ ਰਿੱਛ ਰੂਪ ਹੈ, ਉਸ ਦਾ ਇੱਥੇ ਇੱਕ ਬੜੀ ਵੱਡੀ ਗੁਫਾ ਵਿੱਚ ਬਹੁਤ ਸਮਾਂ ਨਿਵਾਸ ਰਿਹਾ ਸੀ, ਜਿਸ ਕਰਕੇ ਸ਼ਹਿਰ ਉਸ ਦੇ ਨਾਮ ਤੇ ਪ੍ਰਸਿੱਧ ਹੈ। ਇਸ ਸਮੇਂ ਬਲ ਰਾਜਾ ਛਲਣ ਵਾਸਤੇ 52 ਅਵਤਾਰ ਹੋਇਆ। ਇਸ ਜਾਮਾਵੰਤ ਨੇ ਇੱਕ ਘੜੀ ਵਿੱਚ ਉਸ ਦੀਆਂ 21 ਪਰਿਕਰਮਾ ਕੀਤੀਆਂ ਸਨ। ਉਪਰੰਤ ਜਦ ਰਾਮਚੰਦਰ ਹੋਏ ਤਾਂ ਉਹ ਉਹਨਾਂ ਨਾਲ ਮਿਲ ਕੇ ਰਾਵਣ ਨਾਲ ਲੜਿਆ ਤੇ ਬਹੁਤ ਸੂਰਮਤਾਈ ਵਿਖਾਈ। ਉਪਰੰਤ ਦੁਆਪਰ ਯੁੱਗ ਵਿੱਚ ਜਦ ਕ੍ਰਿਸ਼ਨ ਜੀ ਮਣੀ ਲੱਭਦੇ ਹੋਏ ਇਸ ਪਾਸ ਗਏ ਤਾਂ ਇਸ ਨਾਲ ਯੁੱਧ ਕਰਦੇ ਰਹੇ, ਪਰ ਇਸ ਨੂੰ ਫਤਿਹ ਨਾ ਕਰ ਸਕੇ। ਪਰ ਕ੍ਰਿਸ਼ਨ ਜੀ ਨੇ ਰਾਮਚੰਦਰ ਦਾ ਰੂਪ ਧਾਰਨ ਕਰ ਲਿਆ, ਜਿਸ ਨੂੰ ਵੇਖ ਕੇ ਜਾਮਾਵੰਤ ਨੇ ਆਪ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਆਪਣੀ ਲੜਕੀ ਦੇ ਕੇ ਆਪਣੀ ਭੁੱਲ ਬਖਸ਼ਵਾਈ ਸੀ। ਇਸ ਤਰ੍ਹਾਂ ਜਦ ਗੁਰੂ ਜੀ 2 ਦਿਨ ਇੱਥੇ ਠਹਿਰੇ ਤਾਂ ਇੱਥੋਂ ਦਾ ਰਾਜਾ ਭੇਟਾ ਲੈ ਕੇ ਆਪ ਜੀ ਦੇ ਹਾਜ਼ਰ ਹੋਇਆ ਅਤੇ ਉਪਦੇਸ਼ ਲੈਣ ਵਾਸਤੇ ਬੇਨਤੀ ਕੀਤੀ। ਗੁਰੂ ਜੀ ਨੇ ਕਿਹਾ, ਰਾਜਾ ਸਦਾ ਧਰਮ ਦਾ ਨਿਆਂ ਕਰਿਆ ਕਰ, ਕਿਸੇ ਲੋਭ ਲਾਲਚ ਵਿੱਚ ਆਣ ਕੇ ਬੇਇਨਸਾਫੀ ਨਾ ਕਰਨੀ, ਜਗਤ ਨੂੰ ਸੁਪਨਾ ਸਮਝਣਾ, ਸੰਤਾਂ ਦੀ ਸੇਵਾ ਕਰਨੀ ਅਤੇ ਗਰੀਬ ਤੇ ਦਇਆ ਕਰਨੀ। ਇਹ ਉਪਦੇਸ਼ ਕਮਾਵੇਂਗਾ ਤਾਂ 22 ਧਾਰ ਰਾਜਿਆਂ ਦਾ ਮੁਖੀ ਰਾਜਾ ਹੋਵੇਗਾ। ਇੱਥੋਂ ਚੱਲ ਕੇ ਗੁਰੂ ਜੀ ਵਣਜਾਰਿਆਂ ਦੇ ਇੱਕ ਨਗਰ ਆ ਗਏ। ਇਸ ਨਗਰ ਦੇ ਮੁਖੀ ਚੌਧਰੀ ਦੇ ਘਰ ਪੁੱਤਰ ਜਨਮਿਆ ਸੀ ਅਤੇ ਉਹ ਬਹੁਤ ਖੁਸ਼ੀਆਂ ਮਨਾ ਰਹੇ ਸਨ। ਮਰਦਾਨੇ ਨੇ ਕਿਹਾ, ਗੁਰੂ ਜੀ, ਇਹ ਲੋਕ ਸਾਰੇ ਪੁੱਤਰ ਜਨਮੇ ਦੀ ਖੁਸ਼ੀ ਵਿੱਚ ਮਸਤ ਹਨ। ਕਿਸੇ ਨੇ ਆਣ ਕੇ ਤੁਹਾਨੂੰ ਨਮਸਕਾਰ ਨਹੀਂ ਕੀਤੀ, ਕੋਈ ਸੇਵਾ ਨਹੀਂ ਕੀਤੀ ਅਤੇ ਕੋਈ ਸਤਿਕਾਰ ਨਹੀਂ ਕੀਤਾ।
ਗੁਰੂ ਜੀ ਨੇ ਕਿਹਾ, ਮਰਦਾਨਾ, ਇਹ ਬਾਲਕ ਆਪਣਾ ਕਰਜ਼ਾ ਲੈਣ ਆਇਆ ਹੈ, ਇਸ ਨੂੰ ਲੈ ਕੇ ਇਹ ਸਵੇਰੇ ਹੀ ਮਰ ਜਾਏਗਾ। ਫਿਰ ਇਹ ਲੋਕ ਬੜਾ ਦੁੱਖ ਕਰਕੇ ਰੋਣਗੇ ਅਤੇ ਵਿਰਲਾਪ ਕਰਨਗੇ। ਇਹ ਬਚਨ ਕਰਕੇ ਗੁਰੂ ਜੀ ਨੇ ਕਿਹਾ, ਮਰਦਾਨਾ, ਰਬਾਬ ਵਜਾਓ। ਮਰਦਾਨੇ ਨੇ ਰਬਾਬ ਵਜਾਉਣੀ ਸ਼ੁਰੂ ਕੀਤੀ ਤੇ ਗੁਰੂ ਜੀ ਸ਼ਬਦ ਦਾ ਉਚਾਰਨ ਕਰਨ ਲੱਗੇ, ਜਿਸ ਦਾ ਅਰਥ ਸੀ ਕਿ ਇਹ ਜੀਵ ਹੁਕਮ ਨਾਲ ਹੀ ਗਰਭ ਵਿੱਚ ਆਉਂਦਾ ਹੈ ਤੇ ਹੁਕਮ ਅੰਦਰ ਹੀ ਪਾਪ ਪੁੰਨ ਕਰਮ ਕਰਕੇ ਚਲਿਆ ਜਾਂਦਾ ਹੈ। ਪ੍ਰਾਣੀ ਧਨ ਜੋਬਨ ਨਾਲ ਪ੍ਰੇਮ ਕਰਕੇ ਨਾਮ ਨੂੰ ਵਿਸਾਰ ਦਿੰਦਾ ਹੈ, ਪਰ ਜਦੋਂ ਜਾਮਾ ਫੜਦੇ ਹਨ ਤਾਂ ਇਸ ਦੀ ਕੋਈ ਪੇਸ਼ ਨਹੀਂ ਜਾਂਦੀ ਤੇ ਪਛਤਾਉਂਦਾ ਹੈ। ਜਦ ਰਾਤ ਬੀਤ ਗਈ ਤਾਂ ਸਵੇਰੇ ਬੱਚਾ ਮਰ ਗਿਆ, ਜਿਸ ਨਾਲ ਸਾਰੇ ਨਰ ਨਾਰੀ ਮਿਲ ਕੇ ਬਹੁਤ ਰੋਂਦੇ, ਸਿਰ ਪਿੱਟਦੇ ਤੇ ਵਿਰਲਾਪ ਕਰਨ ਲੱਗੇ। ਤਦ ਗੁਰੂ ਜੀ ਨੇ ਸ਼ਲੋਕ ਦਾ ਉਚਾਰਨ ਕੀਤਾ ਤੇ ਅੱਗੇ ਵੱਲ ਨੂੰ ਤੁਰ ਪਏ ਸਨ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ।